ਡੀਅਰ ਸਟੂਡੈਂਟਸ, ਬੇਟਾ ਅੱਜ ਦਾ ਸਾਡਾ ਟੌਪਿਕ ਹੈ ਬਿਜਲਈ ਤਾਰਾਂ ਦੇ ਚੁੰਬਕੀ ਪ੍ਰਭਾਵ, ਮੈਗਨੈਟਿਕ ਇਫੈਕਟਸ ਆਫ ਕਰੰਟ। ਬਹੁਤ ਹੀ ਇੰਟਰਸਟਿੰਗ ਤੇ ਬਹੁਤ ਹੀ ਈਜ਼ੀ ਟੌਪਿਕ ਹੈ ਸਾਡਾ। ਬੇਟਾ ਅੱਜ ਅਸੀਂ ਜਾਣਾਂਗੇ ਕਿ ਬਿਜਲੀ ਧਾਰਾ ਜਾਂ ਬਿਜਲੀ ਕਰੰਟ ਅਰਥਾਤ ਇਲੈਕਟ੍ਰਿਕ ਕਰੰਟ ਕੀ ਹੁੰਦਾ ਹੈ, ਇਸ ਨੂੰ ਇਲੈਕਟ੍ਰਿਕ ਕਰੰਟ ਕਿਉਂ ਕਿਹਾ ਜਾਂਦਾ ਹੈ। ਬੇਟਾ ਇਲੈਕਟ੍ਰਿਕ ਕਰੰਟ ਦਾ ਮਤਲਬ ਹੈ ਇਲੈਕਟ੍ਰੋਨਾਂ ਦਾ ਪ੍ਰਵਾਹ, ਫਲੋ ਆਫ ਇਲੈਕਟ੍ਰੋਨਸ। ਜਿਹੜੇ ਐਲੀਮੈਂਟਸ ਹਨ ਉਹ ਕਾਹਤੋਂ ਬਣੇ ਹੁੰਦੇ ਨੇ? ਇਲੈਕਟ੍ਰੋਨਸ ਤੋਂ। ਅਤੇ ਇਲੈਕਟ੍ਰੋਨ ਜਦੋਂ ਫਲੋ ਕਰਦੇ ਹਨ ਉਸ ਨੂੰ ਅਸੀਂ ਕੀ ਕਹਿੰਦੇ ਹਾਂ? ਕਰੰਟ। ਹੁਣ ਤੁਸੀਂ ਸਕਰੀਨ 'ਤੇ ਦੇਖ ਸਕਦੇ ਹੋ, ਤੁਹਾਨੂੰ ਦਿਖਾਇਆ ਗਿਆ ਹੈ ਕਿ ਬੈਟਰੀ ਦੇ ਵਿੱਚ ਪੋਜ਼ੀਟਿਵ ਅਤੇ ਨੈਗੇਟਿਵ ਟਰਮੀਨਲ ਦੇ ਵਿੱਚ ਇਲੈਕਟ੍ਰੋਨ ਕਿਵੇਂ ਫਲੋ ਕਰਦੇ ਹਨ। ਦੇਖੋ ਬੇਟਾ, ਜਦੋਂ ਪੋਜ਼ੀਟਿਵ ਜਿਹੜਾ ਟਰਮੀਨਲ ਹੈ ਉਸ ਤੋਂ ਇਲੈਕਟ੍ਰੋਨ ਫਲੋ ਕਰਨਾ ਸ਼ੁਰੂ ਕਰਦੇ ਹਨ ਤਾਂ ਇਹ ਪੂਰਾ ਜਿਹੜਾ ਸਰਕਟ ਹੈ ਉਹਦੇ ਵਿੱਚ ਜਦੋਂ ਇਲੈਕਟ੍ਰੋਨਸ ਦਾ ਫਲੋ ਹੁੰਦਾ ਹੈ ਤਾਂ ਇਸ ਨੂੰ ਹੀ ਕੀ ਕਹਿੰਦੇ ਆ? ਕਰੰਟ ਜਾਂ ਬਿਜਲੀ ਧਾਰਾ। ਇਸ ਦੇ ਨਾਲ ਹੀ ਬਲਬ ਗਲੋ ਕਰਦਾ ਹੈ, ਇਸ ਦੇ ਨਾਲ ਹੀ ਸਾਡੇ ਇਲੈਕਟ੍ਰੀਕਲ ਜਿਹੜੇ ਵੀ ਇਕੁਇਪਮੈਂਟਸ ਹਨ ਉਹ ਚੱਲਦੇ ਹਨ। ਬੇਟਾ ਕੁਝ ਸੰਕੇਤ ਜਾਂ ਸਿੰਬਲਸ ਹਨ ਜੋ ਤੁਹਾਡੀ ਕਿਤਾਬ ਵਿੱਚ ਦਿੱਤੇ ਹਨ, ਜਿਹੜੇ ਸਾਡੇ ਸਰਕਟ ਵਿੱਚ ਜਿਹੜੇ ਜਦੋਂ ਅਸੀਂ ਡਰਾਅ ਕਰਦੇ ਹਾਂ, ਇਲੈਕਟ੍ਰਿਕ ਸਰਕਟ ਡਰਾਅ ਕਰਦੇ ਹਾਂ ਤਾਂ ਉਹਦੇ ਵਿੱਚ ਕੁਝ ਸੰਕੇਤ ਜਾਂ ਸਿੰਬਲ ਯੂਜ਼ ਕੀਤੇ ਜਾਂਦੇ ਹਨ। ਅਸੀਂ ਇਹਨਾਂ ਸੰਕੇਤਾਂ ਜਾਂ ਸਿੰਬਲਸ ਦੇ ਬਾਰੇ ਪੜ੍ਹਾਂਗੇ ਕਿ ਕਿਹੜੇ ਹੁੰਦੇ ਹਨ। ਸਭ ਤੋਂ ਪਹਿਲਾਂ ਤੁਸੀਂ ਦੇਖੋ ਇਹ ਕੀ ਹੈ। ਤੁਸੀਂ ਸਾਰਿਆਂ ਨੇ ਇਹ ਚੀਜ਼ ਦੇਖੀ ਹੋਵੇਗੀ, ਤੁਹਾਨੂੰ ਸਭ ਨੂੰ ਹੀ ਪਤਾ ਹੈ ਕਿ ਇਹ ਕੀ ਹੈ। ਕੀ ਤੁਸੀਂ ਪਹਿਚਾਨ ਲਿਆ ਹੈ ਕਿ ਇਹ ਕੀ ਹੈ? ਹਾਂਜੀ, ਸ਼ਾਬਾਸ਼, ਦੱਸੋ ਬੇਟਾ ਕੀ ਹੈ ਇਹ? ਤੁਸੀਂ ਇਸ ਨੂੰ ਪਹਿਚਾਨ ਲਿਆ ਹੋਵੇਗਾ। ਇਹ ਕਿਹੜੀ ਚੀਜ਼ ਹੈ? ਜੀ ਹਾਂ, ਇਹ ਕੀ ਹੈ? ਇਹ ਇੱਕ ਬਿਜਲਈ ਸੈੱਲ ਹੈ। ਇਸ ਨੂੰ ਅਸੀਂ ਕੀ ਕਹਿੰਦੇ ਹਾਂ? ਸੈੱਲ। ਬੇਟਾ ਇਹ ਤੁਸੀਂ ਦੇਖਿਆ ਹੈ, ਆਪਣੇ ਘਰਾਂ ਵਿੱਚ ਯੂਜ਼ ਕਰਦੇ ਹੋ। ਕਿਹੜੀ ਕਿਹੜੀ ਚੀਜ਼ ਵਿੱਚ ਯੂਜ਼ ਕਰਦੇ ਹੋ? ਜਿਵੇਂ ਤੁਸੀਂ ਰਿਮੋਟ ਚਲਾਉਂਦੇ ਹੋ, ਟੀਵੀ ਦਾ ਰਿਮੋਟ ਹੈ, ਏਸੀ ਦਾ ਰਿਮੋਟ ਹੈ, ਕਿਸੇ ਵੀ ਚੀਜ਼ ਦਾ ਜਿਹੜਾ ਰਿਮੋਟ ਹੈ ਉਸ ਦੇ ਵਿੱਚ ਇਹ ਸੈੱਲ ਪੈਂਦੇ ਹਨ। ਹੋਰ ਕਿਹਦੇ ਵਿੱਚ ਇਹ ਸੈੱਲ ਪਾਏ ਜਾਂਦੇ ਹਨ? ਜਿਹੜੇ ਤੁਹਾਡੇ ਘਰਾਂ ਵਿੱਚ ਵਾਲ ਕਲੌਕ ਹੈ, ਘੜੀਆਂ ਲੱਗੀਆਂ ਹੋਈਆਂ ਹਨ ਦੀਵਾਰ ਦੇ ਉੱਪਰ, ਉਹਦੇ ਵਿੱਚ ਵੀ ਤੁਸੀਂ ਯੂਜ਼ ਕਰਦੇ ਹੋ। ਬੇਟਾ ਇਸ ਵਿੱਚ ਦੋ ਟਰਮੀਨਲ ਹੁੰਦੇ ਹਨ, ਪੋਜ਼ੀਟਿਵ ਟਰਮੀਨਲ ਅਤੇ ਨੈਗੇਟਿਵ ਟਰਮੀਨਲ। ਤੁਸੀਂ ਅੱਜ ਇੱਕ ਸੈੱਲ ਲੈਣਾ ਹੈ, ਦੇਖਣਾ ਹੈ ਕਿ ਉਸ ਦੇ ਇੱਕ ਸਿਰੇ ਦੇ ਉੱਪਰ ਪਲੱਸ ਦਾ ਨਿਸ਼ਾਨ ਬਣਿਆ ਹੋਇਆ ਹੈ, ਉਹ ਕਿਹੜਾ ਹੁੰਦਾ ਹੈ? ਪੋਜ਼ੀਟਿਵ ਟਰਮੀਨਲ। ਅਤੇ ਦੂਸਰੇ ਸਿਰੇ ਉੱਪਰ ਕਿਹੜਾ ਨਿਸ਼ਾਨ ਬਣਿਆ ਹੋਏਗਾ? ਮਾਈਨਸ ਦਾ। ਇਸ ਨੂੰ ਅਸੀਂ ਕੀ ਕਹਿੰਦੇ ਹਾਂ? ਨੈਗੇਟਿਵ ਟਰਮੀਨਲ। ਹਰੇਕ ਸੈੱਲ ਦੇ ਦੋ ਟਰਮੀਨਲ ਹੁੰਦੇ ਹਨ, ਪੋਜ਼ੀਟਿਵ ਟਰਮੀਨਲ ਅਤੇ ਨੈਗੇਟਿਵ ਟਰਮੀਨਲ। ਬੇਟਾ ਇਹਨੂੰ ਜਿਵੇਂ ਅਸੀਂ ਸਿੰਬਲ ਇਸਦਾ ਕਿਹੜਾ ਯੂਜ਼ ਕਰਦੇ ਹਾਂ? ਇੱਕ ਵੱਡੀ ਲਾਈਨ ਅਤੇ ਇੱਕ ਛੋਟੀ ਲਾਈਨ। ਇਸ ਨੂੰ ਅਸੀਂ ਇਸ ਤਰੀਕੇ ਨਾਲ ਰਿਪਰਜੈਂਟ ਕਰਦੇ ਹਾਂ। ਅਤੇ ਜਿਹੜੀ ਵੱਡੀ ਲਾਈਨ ਹੈ ਉਹ ਕੀ ਹੈ? ਪੋਜ਼ੀਟਿਵ ਟਰਮੀਨਲ। ਜਿਹੜੀ ਛੋਟੀ ਲਾਈਨ ਹੈ ਉਹ ਕੀ ਰਿਪਰਜੈਂਟ ਕਰਦੀ ਹੈ? ਨੈਗੇਟਿਵ ਟਰਮੀਨਲ। ਅਤੇ ਪੰਜਾਬੀ 'ਚ ਅਸੀਂ ਕੀ ਕਹਿੰਦੇ ਹਾਂ? ਪੋਜ਼ੀਟਿਵ ਨੂੰ ਕਹਿੰਦੇ ਹਾਂ ਧਨ ਟਰਮੀਨਲ ਜਾਂ ਧਨਾਤਮਕ, ਅਤੇ ਜਿਹੜਾ ਨੈਗੇਟਿਵ ਹੈ ਉਸ ਨੂੰ ਕੀ ਕਹਿੰਦੇ ਹਾਂ? ਰਿਣ ਟਰਮੀਨਲ ਜਾਂ ਰਿਣਾਤਮਕ ਟਰਮੀਨਲ। ਕਿਹੜੇ ਕਿਹੜੇ ਹਨ? ਦੋ ਟਰਮੀਨਲ। ਹਰੇਕ ਸੈੱਲ ਦੇ ਦੋ ਟਰਮੀਨਲ ਹੁੰਦੇ ਹਨ, ਦੋ ਸਿਰੇ। ਇੱਕ ਕਿਹੜਾ ਹੈ? ਪੋਜ਼ੀਟਿਵ, ਦੂਸਰਾ ਕਿਹੜਾ ਹੈ? ਨੈਗੇਟਿਵ। ਬੇਟਾ ਜਿਹੜੀ ਵੱਡੀ ਲਾਈਨ ਹੈ ਉਹ ਕਿਹੜੀ ਹੈ? ਪੋਜ਼ੀਟਿਵ ਟਰਮੀਨਲ। ਅਤੇ ਜਿਹੜੀ ਛੋਟੀ ਲਾਈਨ ਹੈ ਉਹ ਕੀ ਹੈ? ਨੈਗੇਟਿਵ ਟਰਮੀਨਲ, ਧਨਾਤਮਕ ਅਤੇ ਰਿਣਾਤਮਕ। ਬੇਟਾ ਇਸ ਨੂੰ ਤੁਸੀਂ ਡਰਾਅ ਕਰਨਾ ਹੈ, ਦੇਖਣਾ ਹੈ। ਜਿਵੇਂ ਹੁਣ ਤੁਹਾਨੂੰ ਸਕਰੀਨ 'ਤੇ ਦਿਖਾਈ ਦੇ ਰਿਹਾ ਹੈ, ਜਿਹੜੀ ਵੱਡੀ ਲਾਈਨ ਹੈ ਉਹ ਕੀ ਹੈ? ਧਨਾਤਮਕ ਸਿਰਾ ਹੈ, ਪੋਜ਼ੀਟਿਵ ਟਰਮੀਨਲ ਹੈ। ਜਿਹੜੀ ਛੋਟੀ ਲਾਈਨ ਹੈ ਉਹ ਕੀ ਹੈ? ਨੈਗੇਟਿਵ ਜਾਂ ਰਿਣਾਤਮਕ ਟਰਮੀਨਲ। ਬੇਟਾ ਜਦੋਂ ਇੱਕ ਸੈੱਲ ਦੀ ਜਗ੍ਹਾ ਦੋ ਸੈੱਲ ਹੋ ਜਾਂਦੇ ਹਨ ਤਾਂ ਅਸੀਂ ਕੀ ਕਹਿੰਦੇ ਹਾਂ? ਕਈ ਵਾਰ ਅਸੀਂ ਦੋ ਸੈੱਲ ਯੂਜ਼ ਕਰਦੇ ਹਾਂ। ਇੱਕ ਸੈੱਲ ਦੇ ਨਾਲ ਸਾਡੀ ਕੋਈ ਚੀਜ਼ ਨਹੀਂ ਚੱਲਦੀ, ਕੀ ਕਰਦੇ ਹਾਂ ਅਸੀਂ? ਫਿਰ ਦੋ ਸੈੱਲਾਂ ਨੂੰ ਜੋੜ ਲੈਂਦੇ ਹਾਂ। ਜੇਕਰ ਦੋ ਜਾਂ ਦੋ ਤੋਂ ਵੱਧ ਸੈੱਲ ਜੋੜ ਲਏ ਜਾਣ ਤਾਂ ਉਸ ਨੂੰ ਕੀ ਕਹਿੰਦੇ ਹਾਂ? ਬੈਟਰੀ। ਸੈੱਲ ਸਿੰਗਲ ਹੈ, ਠੀਕ ਹੈ, ਲੇਕਿਨ ਅਗਰ ਦੋ ਜਾਂ ਦੋ ਤੋਂ ਵੱਧ ਸੈੱਲ ਜੋੜ ਲੈਂਦੇ ਹਾਂ ਤਾਂ ਉਸ ਨੂੰ ਕੀ ਕਿਹਾ ਜਾਂਦਾ ਹੈ? ਬੈਟਰੀ ਕਿਹਾ ਜਾਂਦਾ ਹੈ। ਉਸ ਨੂੰ ਆਪਾਂ ਬੈਟਰੀ ਦੇ ਤੌਰ 'ਤੇ ਯੂਜ਼ ਕਰਦੇ ਹਾਂ। ਬੇਟਾ ਇਸ ਦੀ ਸਕਰੀਨ ਦੇ ਉੱਪਰ ਰਿਪਰਜੈਂਟੇਸ਼ਨ ਦਿਖਾਈ ਗਈ ਹੈ ਕਿ ਕਿਵੇਂ ਜਿਹੜੇ ਹਨ ਇਸ ਨੂੰ ਅਸੀਂ ਰਿਪਰਜੈਂਟ ਕਰਦੇ ਹਾਂ। ਕਿਉਂਕਿ ਇਹ ਦੋ ਜਾਂ ਦੋ ਤੋਂ ਜ਼ਿਆਦਾ ਸੈੱਲਾਂ ਦਾ ਜੋੜ ਹੈ। ਇਟ ਇਜ਼ ਅ ਕੰਬੀਨੇਸ਼ਨ ਆਫ ਟੂ ਔਰ ਮੋਰ ਸੈੱਲਸ। ਦੋ ਸੈੱਲ ਵੀ ਹੋ ਸਕਦੇ ਹਨ ਅਤੇ ਦੋ ਤੋਂ ਜ਼ਿਆਦਾ ਵੀ। ਜਿੰਨੀ ਕੁ ਸਾਡੀ ਰਿਕੁਆਇਰਮੈਂਟ ਹੈ, ਜਿੰਨੀ ਕੁ ਸਾਨੂੰ ਜਿਹੜਾ ਚਾਰਜ ਹੈ ਜਾਂ ਕਰੰਟ ਹੈ ਚਾਹੀਦਾ ਹੈ, ਉਸੇ ਹਿਸਾਬ ਨਾਲ ਅਸੀਂ ਸੈੱਲਾਂ ਨੂੰ ਜੋੜ ਲੈਂਦੇ ਹਾਂ।
ਤੇ ਉਸ ਨੂੰ ਕੀ ਕਹਿ ਦਿੰਦੇ ਹਾਂ, ਬੈਟਰੀ। ਬੇਟਾ ਕਈ ਵਾਰ ਅਸੀਂ 2 ਸੈੱਲ ਯੂਜ਼ ਕਰਦੇ ਹਾਂ, ਕਈ ਚੀਜ਼ਾਂ ਵਿੱਚ ਸਾਨੂੰ 3 ਸੈੱਲਾਂ ਦੀ ਜ਼ਰੂਰਤ ਪੈਂਦੀ ਹੈ। ਜਿੰਨੀ ਵੀ ਸਾਡੀ ਰਿਕੁਆਇਰਮੈਂਟ ਹੈ, ਜਿੰਨਾ ਕੁ ਸਾਨੂੰ ਕਰੰਟ ਚਾਹੀਦਾ ਹੈ, ਉਸੇ ਹੀ ਹਿਸਾਬ ਦੇ ਨਾਲ ਅਸੀਂ ਕੀ ਕਰਦੇ ਹਾਂ, ਸੈੱਲਾਂ ਨੂੰ ਜੋੜ ਕੇ ਬੈਟਰੀ ਨੂੰ ਬਣਾ ਲੈਂਦੇ ਹਾਂ। ਹੁਣ ਤੁਸੀਂ ਸਕਰੀਨ ਤੇ ਦੇਖ ਰਹੇ ਹੋਗੇ ਕਿ 3 ਤੋਂ ਬਾਅਦ 4 ਸੈੱਲ ਜਾਂ 5 ਸੈੱਲ ਵੀ ਜੋੜ ਲਏ ਜਾਂਦੇ ਹਨ। ਜਿੰਨੀ ਕੁ ਰਿਕੁਆਇਰਮੈਂਟ ਹੁੰਦੀ ਹੈ, ਉਸੇ ਹਿਸਾਬ ਨਾਲ ਬੈਟਰੀ ਦਾ ਸਾਈਜ਼ ਵੱਧਦਾ ਜਾਂਦਾ ਹੈ ਤੇ ਇਸ ਨੂੰ ਅਸੀਂ ਕੀ ਕਹਿੰਦੇ ਹਾਂ, ਸੈੱਲਾਂ ਦੇ ਜੋੜ ਨੂੰ ਬੈਟਰੀ। ਕਈ ਵਾਰ ਬੇਟਾ ਅੱਜ ਕੱਲ੍ਹ ਸਾਨੂੰ ਰੈਡੀਮੇਡ ਜਿਹੜੇ ਹਨ ਬੈਟਰੀਜ਼, ਜਿਹਦੇ ਵਿੱਚ ਆਟੋਮੈਟਿਕਲੀ ਸੈੱਲ ਪਹਿਲਾਂ ਹੀ ਜੁੜੇ ਹੁੰਦੇ ਹਨ, ਉਹ ਸਾਨੂੰ ਮਾਰਕੀਟ ਤੋਂ ਮਿਲ ਜਾਂਦੀ ਹੈ। ਤੁਸੀਂ ਆਪਣੀ ਸਾਇੰਸ ਲੈਬਸ ਵਿੱਚ ਦੇਖੀਆਂ ਹੋਣਗੀਆਂ। ਹੁਣ ਤੁਸੀਂ ਯਾਦ ਕੀ ਰੱਖਣਾ ਹੈ ਕਿ ਰਿਪਰੈਜ਼ੈਂਟੇਸ਼ਨ ਕਿਵੇਂ ਕਰਦੇ ਹਾਂ, ਬੈਟਰੀ ਦਾ ਸਿੰਬਲ ਕੀ ਹੈ, ਸੰਕੇਤ ਕੀ ਹੈ। ਠੀਕ ਹੈ, ਜੇ 2 ਸੈੱਲ ਜੋੜੇ ਹਨ ਤਾਂ ਉਹਨਾਂ ਦਾ ਰਿਪਰੈਜ਼ੈਂਟੇਸ਼ਨ ਤੁਹਾਨੂੰ ਸਕਰੀਨ 'ਤੇ ਦਿਖਾਇਆ ਗਿਆ ਹੈ ਕਿ ਕਿਵੇਂ ਅਸੀਂ ਬੈਟਰੀ ਦਾ ਸਿੰਬਲ ਕਿਵੇਂ ਬਣਾਉਣਾ ਹੈ, ਕਿਵੇਂ ਡਰਾਅ ਕਰਨਾ ਹੈ। ਉੱਪਰ ਕੀ ਹੈ, ਸੈੱਲ ਦਾ ਸਿੰਬਲ ਦਿਖਾਇਆ ਗਿਆ ਹੈ, ਜਿਸ 'ਚ ਸਿਰਫ ਇੱਕ ਵੱਡੀ ਲਾਈਨ ਤੇ ਇੱਕ ਛੋਟੀ ਲਾਈਨ ਹੈ। ਲੇਕਿਨ ਨੀਚੇ ਜਿਹੜਾ ਹੈ ਉਹ ਕਿਹਦਾ ਸੰਕੇਤ ਹੈ, ਉਹ ਹੈ ਬੈਟਰੀ ਦਾ ਸੰਕੇਤ ਹੈ, ਜਿਹਦੇ ਵਿੱਚ 2 ਜਾਂ 2 ਤੋਂ ਵੱਧ ਸੈੱਲ ਜੋੜੇ ਹੋਏ ਹਨ। ਉਹਨਾਂ ਨੂੰ ਕੀ ਕਹਿ ਦਿੰਦੇ ਹਾਂ ਅਸੀਂ, ਬੈਟਰੀ। ਜੀ ਹਾਂ ਬੇਟਾ, ਲੇਕਿਨ ਧਿਆਨ ਰੱਖਣਾ ਹੈ ਕਿ ਪੋਜ਼ਿਟਿਵ ਟਰਮੀਨਲ ਨੂੰ ਨੈਗੇਟਿਵ ਨਾਲ ਜੋੜਨਾ ਹੈ ਅਤੇ ਨੈਗੇਟਿਵ ਨੂੰ ਪੋਜ਼ਿਟਿਵ ਨਾਲ। ਹਮੇਸ਼ਾ ਇੱਕੋ ਜਿਹੇ ਟਰਮੀਨਲ ਨੂੰ ਅਸੀਂ ਨਹੀਂ ਜੋੜ ਸਕਦੇ। ਕਿਸ ਤਰ੍ਹਾਂ ਜੋੜਨਾ ਹੈ, ਪੋਜ਼ਿਟਿਵ ਟਰਮੀਨਲ ਨੂੰ ਨੈਗੇਟਿਵ ਨਾਲ ਅਤੇ ਨੈਗੇਟਿਵ ਨੂੰ ਪੋਜ਼ਿਟਿਵ ਦੇ ਨਾਲ। ਠੀਕ ਹੈ, ਇਸ ਤਰੀਕੇ ਨਾਲ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਸਮਝ ਲੱਗ ਗਈ ਹੋਵੇਗੀ ਕਿ ਸੈੱਲ ਅਤੇ ਬੈਟਰੀ ਵਿੱਚ ਕੀ ਫ਼ਰਕ ਹੈ। ਸੈੱਲ ਕੀ ਹੈ, ਸਿੰਗਲ, ਜਿਹਦੇ ਵਿੱਚ ਸਿਰਫ 2 ਟਰਮੀਨਲ ਹਨ, ਪੋਜ਼ਿਟਿਵ ਅਤੇ ਨੈਗੇਟਿਵ। ਅਤੇ ਬੈਟਰੀ ਕੀ ਹੈ, 2 ਜਾਂ 2 ਤੋਂ ਜ਼ਿਆਦਾ ਸੈੱਲਾਂ ਦਾ ਜੋੜ, ਕੰਬੀਨੇਸ਼ਨ ਆਫ 2 ਔਰ ਮੋਰ ਸੈੱਲਸ, ਉਸ ਨੂੰ ਕੀ ਕਹਿ ਦਿੰਦੇ ਹਾਂ, ਬੈਟਰੀ। ਬੇਟਾ ਹੁਣ ਸਕਰੀਨ 'ਤੇ ਜੋ ਤੁਹਾਨੂੰ ਦਿਖਾਈ ਦੇ ਰਿਹਾ ਹੈ, ਇਹ ਕੀ ਹੈ, ਬਲਬ। ਜੀ ਹਾਂ, ਇਹ ਬਲਬ ਹੈ। ਬੇਟਾ ਹੁਣ ਤਾਂ ਬਲਬ ਬਹੁਤ ਜ਼ਿਆਦਾ ਸ਼ੇਪਸ ਵਿੱਚ, ਬਹੁਤ ਜ਼ਿਆਦਾ ਅਲੱਗ-ਅਲੱਗ ਟਾਈਪ ਦੇ ਆ ਗਏ ਹਨ, ਲੇਕਿਨ ਪਹਿਲਾਂ ਜਿਹੜਾ ਸੀਗਾ ਸਿੰਪਲ ਬਲਬ ਜਿਹੜਾ ਹੈ ਉਹ ਇਸ ਤਰੀਕੇ ਦਾ ਹੀ ਹੁੰਦਾ ਸੀ। ਔਰ ਇਹ ਬਲਬ ਦਾ ਸੰਕੇਤ ਹੈ, ਸਿੰਬਲ ਹੈ, ਜਿਹੜਾ ਤੁਹਾਨੂੰ ਹੁਣ ਸਕਰੀਨ 'ਤੇ ਦਿਖਾਈ ਦੇ ਰਿਹਾ ਹੈ। ਇਹ ਕੀ ਹੈ, ਬਲਬ ਦਾ ਸਿੰਬਲ। ਜੇਕਰ ਅਸੀਂ ਕੋਈ ਸਰਕਟ ਡਰਾਅ ਕਰਨਾ ਹੈ, ਸਰਕਟ ਡਾਇਗਰਾਮ ਡਰਾਅ ਕਰਨੀ ਹੈ, ਤਾਂ ਅਸੀਂ ਉਸ ਵਿੱਚ ਬਲਬ ਦਾ, ਜੇਕਰ ਬਲਬ ਜਗ ਰਿਹਾ ਹੈ, ਗਲੋ ਕਰ ਰਿਹਾ ਹੈ, ਤਾਂ ਅਸੀਂ ਇਸ ਤਰ੍ਹਾਂ ਦਾ ਸਿੰਬਲ ਡਰਾਅ ਕਰਦੇ ਹਾਂ। ਸਰਕਟ ਡਾਇਗਰਾਮ ਵਿੱਚ ਅਸੀਂ ਬਲਬ ਨੂੰ ਇਸ ਤਰੀਕੇ ਦੇ ਨਾਲ ਰਿਪਰੈਜ਼ੈਂਟ ਕਰਦੇ ਹਾਂ। ਬੇਟਾ ਇਹ ਸਿੰਬਲ ਤੁਸੀਂ ਡਰਾਅ ਕਰਕੇ ਦੇਖਣੇ ਹਨ, ਪ੍ਰੈਕਟਿਸ ਕਰਨੀ ਹੈ। ਕਈ ਵਾਰ ਇਸ ਤਰ੍ਹਾਂ ਦਾ ਕੁਐਸਚਨ ਤੁਹਾਨੂੰ ਪੇਪਰ ਵਿੱਚ ਪੁੱਛ ਲਿਆ ਜਾਂਦਾ ਹੈ। ਬੇਟਾ ਜਿਹੜਾ ਬਲਬ ਦਾ ਫਿਲਾਮੈਂਟ ਹੈ ਉਹ ਕਿਸ ਚੀਜ਼ ਦਾ ਬਣਿਆ ਹੁੰਦਾ ਹੈ, ਟੰਗਸਟਨ ਦਾ। ਕਿਸ ਚੀਜ਼ ਦਾ ਹੈ, ਟੰਗਸਟਨ ਦਾ ਬਣਿਆ ਹੁੰਦਾ ਹੈ। ਇੱਕ ਬਹੁਤ ਹੀ ਪਤਲੀ ਜਿਹੀ ਜਿਹੜੀ ਹੈ ਉਹਦੇ ਵਿੱਚ ਤੁਸੀਂ ਲੇਅਰ ਦੇਖਦੇ ਹੋ, ਫਿਲਾਮੈਂਟ ਦੇਖਦੇ ਹੋ। ਜੇਕਰ ਬਲਬ ਨੂੰ ਧਿਆਨ ਨਾਲ ਦੇਖੋਗੇ ਤਾਂ ਉਹ ਕਿਸ ਚੀਜ਼ ਦਾ ਬਣਿਆ ਹੁੰਦਾ ਹੈ, ਟੰਗਸਟਨ ਦਾ। ਬੇਟਾ ਜਦੋਂ ਬਲਬ ਗਲੋ ਕਰਦਾ ਹੈ ਤਾਂ ਉਹ ਕੀ ਹੈ ਕਿ ਜਦੋਂ ਜਿਹੜਾ ਟੰਗਸਟਨ ਦਾ ਫਿਲਾਮੈਂਟ ਹੈ ਉਹ ਗਰਮ ਹੁੰਦਾ ਹੈ ਤਾਂ ਕੀ ਕਰਦਾ ਹੈ, ਉਹ ਰੋਸ਼ਨੀ ਪੈਦਾ ਕਰਦਾ ਹੈ, ਗਲੋ ਕਰਦਾ ਹੈ, ਜਗਦਾ ਹੈ, ਜਿਸ ਦੇ ਨਾਲ ਸਾਨੂੰ ਸਾਰਾ ਚੁਫੇਰਾ ਜਗਮਗਾਉਂਦਾ ਨਜ਼ਰ ਆਉਂਦਾ ਹੈ ਜਾਂ ਸਾਨੂੰ ਰੋਸ਼ਨੀ ਦਿਖਾਈ ਦਿੰਦੀ ਹੈ। ਬੇਟਾ ਲੇਕਿਨ ਜੇਕਰ ਇਹ ਫਿਲਾਮੈਂਟ ਕਈ ਵਾਰ ਟੁੱਟ ਜਾਂਦਾ ਹੈ ਜਾਂ ਗਰਮ ਹੋ ਕੇ ਸੜ ਜਾਂਦਾ ਹੈ ਤਾਂ ਅਸੀਂ ਕੀ ਕਹਿੰਦੇ ਹਾਂ, ਬਲਬ ਫਿਊਜ਼ ਹੋ ਗਿਆ ਹੈ। ਫਿਰ ਬਲਬ ਨਹੀਂ ਜਗਦਾ। ਕਿਉਂ ਨਹੀਂ ਜਗਦਾ, ਕਿਉਂਕਿ ਇਲੈਕਟ੍ਰੋਨਸ ਦਾ ਫਲੋ ਜਿਹੜਾ ਹੈ ਉਹ ਰੁਕ ਜਾਂਦਾ ਹੈ। ਇਲੈਕਟ੍ਰੋਨਸ ਦਾ ਜਿਹੜਾ ਪ੍ਰਵਾਹ ਹੈ ਰੁਕ ਜਾਂਦਾ ਹੈ। ਜਿੱਥੋਂ ਬਲਬ ਦੇ ਵਿਚਲਾ ਜਿਹੜਾ ਫਿਲਾਮੈਂਟ ਆ ਫਿਊਜ਼ ਹੋ ਗਿਆ, ਟੁੱਟ ਗਿਆ ਜਾਂ ਜਲ ਗਿਆ ਤਾਂ ਕੀ ਹੁੰਦਾ ਹੈ, ਇਲੈਕਟ੍ਰੋਨਸ ਫਲੋ ਨਹੀਂ ਕਰ ਪਾਉਂਦੇ। ਇਸ ਤਰੀਕੇ ਨਾਲ ਬਲਬ ਨਹੀਂ ਜਗਦਾ। ਬੇਟਾ ਹੁਣ ਸਕਰੀਨ 'ਤੇ ਤੁਹਾਨੂੰ ਕੀ ਦਿਖਾਈ ਦੇ ਰਿਹਾ ਹੈ, ਸਵਿੱਚ। ਤੁਹਾਡੇ ਘਰਾਂ ਵਿੱਚ ਅਲੱਗ-ਅਲੱਗ ਚੀਜ਼ਾਂ ਨੂੰ ਚਲਾਉਣ ਲਈ, ਅਲੱਗ-ਅਲੱਗ ਇਲੈਕਟ੍ਰੀਕਲ ਅਪਲਾਇੰਸਿਸ ਨੂੰ ਚਲਾਉਣ ਲਈ ਅਲੱਗ-ਅਲੱਗ ਸਵਿੱਚ ਹੁੰਦੇ ਹਨ। ਜਿਵੇਂ ਫਰਿੱਜ ਦਾ ਸਵਿੱਚ ਅਲੱਗ ਹੈ, ਬਲਬ ਜਾਂ ਟਿਊਬਲਾਈਟ ਦਾ ਸਵਿੱਚ ਅਲੱਗ ਹੁੰਦਾ ਹੈ। ਜੇ ਤੁਸੀਂ ਟੀਵੀ ਔਨ ਕਰਦੇ ਹੋ, ਫਰਿੱਜ ਔਨ ਕਰਦੇ ਹੋ, ਕੋਈ ਵੀ ਤੁਸੀਂ ਉਪਕਰਨ ਚਲਾਉਂਦੇ ਹੋ ਤਾਂ ਤੁਹਾਡੇ ਉਸ ਵਾਸਤੇ ਅਲੱਗ-ਅਲੱਗ ਸਵਿੱਚ ਹੁੰਦੇ ਹਨ। ਇਸ ਸਵਿੱਚ ਨੂੰ ਤੁਸੀਂ ਕੀ ਕਰਦੇ ਹੋ, ਜਾਂ ਤਾਂ ਬੰਦ ਕਰ ਸਕਦੇ ਹੋ ਜਾਂ ਔਨ ਕਰ ਲੈਂਦੇ ਹੋ। ਜਦੋਂ ਤੁਹਾਡਾ ਦਿਲ ਕਰਦਾ ਹੈ ਤੁਸੀਂ ਇਸ ਨੂੰ ਸਵਿੱਚ ਨੂੰ ਔਨ ਕਰਦੇ ਹੋ। ਸਕਰੀਨ 'ਤੇ ਤੁਹਾਨੂੰ ਸਵਿੱਚ ਔਨ ਦਾ ਸਿੰਬਲ ਦਿਖਾਈ ਦੇ ਰਿਹਾ ਹੈ ਕਿ ਜਦੋਂ ਸਵਿੱਚ ਔਨ ਕਰਨਾ ਹੈ ਤਾਂ ਤੁਸੀਂ ਸਰਕਟ ਡਾਇਗਰਾਮ ਡਰਾਅ ਕਰਨ ਲੱਗਿਆ ਇਸ ਤਰੀਕੇ ਦਾ ਸਿੰਬਲ ਜਿਹੜਾ ਹੈ ਉਸ ਨੂੰ ਜੇਕਰ ਬਣਾਉਂਦੇ ਹੋ ਤਾਂ ਇਸ ਦਾ ਮਤਲਬ ਕੀ ਹੈ ਕਿ ਇਹ ਕੀ ਹੈ, ਸਵਿੱਚ ਔਨ ਨੂੰ ਦਰਸਾਉਂਦਾ ਹੈ ਕਿ ਸਾਡਾ ਸਵਿੱਚ ਔਨ ਹੈ, ਮਤਲਬ ਇਲੈਕਟ੍ਰੋਨ ਫਲੋ ਕਰ ਰਹੇ ਹਨ, ਕਰੰਟ ਪਾਸ ਹੋ ਰਿਹਾ ਹੈ। ਲੇਕਿਨ ਜੇਕਰ ਸਵਿੱਚ ਆਫ ਹੈ ਤਾਂ ਕੀ ਹੈ,
इस तरीके का सिंबल दिखाई देगा जदों असी स्विच नूं बंद कर दिता है, जदों साडा स्विच नहीं चल रहा, जदों इलैक्ट्रॉन्स का प्रवाह असी रोक दिता है। जदों सानू किसी चीज़ नूं बंद करना है, असी स्विच नूं बंद करते हाँ तो की हुंदा है, इलैक्ट्रॉन्स का फ्लो जां इलैक्ट्रॉनां दा जिहड़ा प्रवाह है वो सर्किट विच रुक जाता है। इस तरीके दे नाल असी इस नूं रिप्रजेंट कर सकते हैं कि स्विच ऑन है जां स्विच ऑफ है। स्विच ऑफ है ਉਹਦਾ मतलब की है ओपन सर्किट, तो जिहड़ा स्विच ऑन है वो की है क्लोज्ड सर्किट। जो स्विच ऑन है तो पूरा सर्किट बंद है, मतलब इलैक्ट्रॉन फ्लो कर रहे हैं। लेकिन जेकर स्विच ऑफ है तो यदा मतलब की है ओपन सर्किट, कि साडा सर्किट खुला है, कि उस विच इलैक्ट्रॉन जिहड़े हैं वो प्रवाह नहीं हो रहा, कि जिथों स्विच ऑफ है उत्थे इलैक्ट्रॉन जंप नहीं कर सकते। इस तरह उन्हां दी जिहड़ी लड़ी है, जिहड़ा उन्हां दा फ्लो है, जिहड़ा प्रवाह है वो टुट जाता है। बेटा स्क्रीन ते तुहानूं इलैक्ट्रॉन्स से जिहड़े तुहाडे इलैक्ट्रिकल कंपोनेंट्स हैं उन्हां दे सिंबल्स भी दिखाई दे रहे हैं। बेटा आओ हुण चुंबक जां मैगनेट बारे गल करते हैं। तुसीं सारिਆਂ ने चुंबक देखे भी होणगे ते चुंबकां बारे जानते भी होवोगे। तुसीं अपनी 6वीं क्लास विच भी चुंबकां बारे पढ़िया है। बेटा हरेक चुंबक के 2 सिरे हुंदे हैं, नॉर्थ एंड साउथ, एन और एस। नॉर्थ मतलब उत्तरी सिरा ते साउथ मतलब दक्षिणी सिरा। कई बार चुंबक ते भी NS लिखिया हुंदा है। बेटा इस चुंबक दियां अलग अलग शेप हुंदियां हैं, जिवें पहला असीं बार मैगनेट देखिया है, ये की है हॉर्स शू शेप्ड जिहड़ा मैगनेट है। इसका भी 2 ही सिरे होंदे हैं, नॉर्थ एंड साउथ पोल। बार मैगनेट जां छड़ जिहड़ी चुंबक है, सीधी चुंबक है, उसते भी 2 सिरे हैं, नॉर्थ एंड साउथ, उत्तरी सिरा ते दक्षिणी सिरा। जदों भी असीं किसी चुंबक नूं फ्रीली लटकाउंदे हां तां हमेशा ये किहड़ी डायरैक्शन वाल पॉइंट करदा है, नॉर्थ एंड साउथ। हमेशा उत्तरी सिरा जिहड़ा है वो नॉर्थ वाल है तो दक्षिणी सिरा साउथ वाल, इसलिए N जां S लिखिया हुंदा है। बेटा कुछ तो परमानेंट चुंबक होंदे हैं, लेकिन कुछ चुंबक होंदे हैं RG जां टैंपरेरी। मतलब की है कि दीज रिटेन द मैगनेटिज्म ओनली फॉर ए शॉर्ट पीरियड ऑफ टाइम। जदों उन्हां नूं किसी असीं मैगनैटिक फील्ड विच रखते हाँ जां किसी चुंबकी पदार्थ के नाल रगड़ के उन्होंने असीं तैयार करते हाँ तो उन्नी देर तक ही वो चुंबकीपन उन्हां विच रहिंदा है, उन्नी देर ही वो मैगनेट बने रहंदे हैं। जिवें तुसीं स्क्रीन ते देख रहे हो कि जेकर असीं लोहे दे किसी सेफ्टी पिन नूं असीं छड़ चुंबक दे नाल रगड़ते हाँ जां किसी लोहे दी रॉड नूं किल नूं असीं रगड़ते हाँ तो ये टैंपरेरी मैगनेट बन जाता है। ये भी दूजियां चीज़ां नूं अपने वाल आकर्षित करन लगदा है। की करता है, ये दूजियां चीज़ां नूं अट्रैक्ट करता है। बेटा तुसीं ये भी जानते हो कि नॉर्थ एंड साउथ पोल जिहड़े हन वो एक दूजे नूं अट्रैक्ट करते हैं, लेकिन जेकर दोवें पोल सेम होण, मतलब साउथ ते साउथ जां नॉर्थ ते नॉर्थ, ते उन्हां 'च अपकर्षण हुंदा है, वो एक दूसरे नूं परे धक्कदे हन, उन्हां नूं रिपैल करते हैं। बेटा जिहड़ा चुंबकी सुभाਅ है, चुंबक तो हमेशा अट्रैक्ट जां रिपैल करदी ही है, लेकिन जिहड़े पदार्थ हैं जिन्हां नूं असीं कुछ देर लई चुंबकी बनाउंदे हाँ तो उन्हां दा चुंबकी सुभाਅ जिहड़ा है वो कुछ देर ਲਈ ही ਰਹਿੰਦਾ है। उसनूं ਅਸੀਂ ਕੀ ਕਹਿੰਦੇ ਹਾਂ, ਟੈਂਪਰੇਰੀ ਮੈਗਨੇਟ ਜਾਂ ਫਿਰ RG ਚੁੰਬਕ। ਜਦੋਂ ਉਹਨਾਂ ਦਾ ਜਿਹੜਾ ਚੁੰਬਕੀਪਨ ਹੈ ਜਾਂ ਮੈਗਨੈਟਿਕ ਫੀਲਡ ਹੈ ਉਸ ਦਾ ਅਸਰ ਖਤਮ ਹੋ ਜਾਂਦਾ ਹੈ ਤਾਂ ਉਹ ਫਿਰ ਦੁਬਾਰਾ ਤੋਂ ਹੀ ਆਪਣੀ ਜਿਹੜੀ ਉਹਨਾਂ ਦੀ ਸੁਭਾਅ ਹੈ ਉਸ ਵਿੱਚ ਆ ਜਾਂਦੇ ਹਨ। ਉਹ ਕੀ ਕਰਦੇ ਹਨ, अपना चुंबकी सुभाਅ छड़ दिंदे हैं। जिवें लोहे की कोई किल हो गई, कोई सेफ्टी पिन हो गया, कोई लोहे का छोटा जिहा रॉड जां छोटा जिहा असीं टुकड़ा जिहड़ा है उसनूं असीं कर सकते हाँ, देख सकते हाँ, क्योंकि की करते हैं ये थोड़ी देर बाद अपना चुंबकीपन खत्म हो जाता है। बेटा जिहड़ा बिजली धारा है जां करंट है वो भी चुंबकी खेत्र पैदा करते हैं। जिहड़ी बिजली धारा है जदों किसी तार विचों लंघाउंदे हाँ तो ये भी कुछ देर वास्ते की करती है, किसी चीज़ नूं चुंबकी बना सकती है, किसी चीज़ के उपर मैगनैटिक फील्ड पैदा कर सकती है। बेटा एक साडे साइंटिस्ट सन सर हैंस क्रिश्चियन ऑस्टर्ड, उन्होंने ये जिहड़ा चुंबकी सुभाਅ है इस दे उपर बहुत सारे एक्सपैरीमेंट्स किए सन। बेटा तुसीं स्क्रीन ते देख सकते हो कि साडे कोल सर्किट है जिस विच सैल ते तारां दे नाल की जोड़िया होया है, बल्ब। जदों
ਦੋਨੋਂ ਪੋਜ਼ਿਟਿਵ ਅਤੇ ਨੈਗੇਟਿਵ ਟਰਮੀਨਲਸ ਦੇ ਨਾਲ ਆਪਾਂ ਬਲਬ ਨੂੰ ਜੋੜਦੇ ਹਾਂ ਤਾਂ ਇਲੈਕਟ੍ਰੋਨ ਫਲੋ ਕਰਨ ਲੱਗਦੇ ਹਨ, ਇਲੈਕਟ੍ਰਿਸਿਟੀ ਜਾਂ ਚਾਰਜ ਪ੍ਰਵਾਹਿਤ ਹੋਣ ਲੱਗਦਾ ਹੈ ਅਤੇ ਸਾਡਾ ਬਲਬ ਜਗਣਾ ਸ਼ੁਰੂ ਹੋ ਜਾਂਦਾ ਹੈ। ਜੇਕਰ ਅਸੀਂ ਇਸ ਦੇ ਕੋਲ ਚੁੰਬਕੀ ਕੰਪਸ ਜਾਂ ਚੁੰਬਕੀ ਸੂਈ ਲੈ ਕੇ ਆਉਂਦੇ ਹਾਂ ਤਾਂ ਉਹਦੇ ਵਿੱਚ ਕੀ ਹੈ, ਡਿਫਲੈਕਸ਼ਨ ਆਉਂਦੀ ਹੈ। ਤੁਸੀਂ ਦੇਖਿਆ ਕਿ ਉਹ ਕਿੱਧਰ ਨੂੰ ਸ਼ੋਅ ਕਰਦੀ ਹੈ, ਨਾਰਥ ਐਂਡ ਸਾਊਥ ਨੂੰ। ਲੇਕਿਨ ਜੇਕਰ ਉਹ ਵੀਕ ਹੈ, ਚਾਰਜ ਘੱਟ ਪ੍ਰਵਾਹ ਹੋ ਰਿਹਾ ਹੈ, ਤਾਂ ਡਿਫਲੈਕਸ਼ਨ ਬਹੁਤ ਹੀ ਘੱਟ ਜਾਂ ਨੈਗਲੀਜੀਬਲ ਸ਼ੋਅ ਹੁੰਦੀ ਹੈ। ਵਿੱਚ ਵੀ ਕੀ ਹਨ, ਆਪਣੇ ਆਪ ਕੁਦਰਤੀ ਚੁੰਬਕੀ ਤਰੰਗਾਂ ਪੈਦਾ ਹੁੰਦੀਆਂ ਹਨ ਅਤੇ ਜਿਹੜੀ ਸਾਡੀ ਚੁੰਬਕੀ ਸੂਈ ਹੈ ਉਹ ਵੀ ਹਮੇਸ਼ਾ ਨਾਰਥ ਟੂ ਸਾਊਥ ਹੀ ਪੁਆਇੰਟ ਆਊਟ ਕਰਦੀ ਹੈ। ਜਿਸ ਤਰ੍ਹਾਂ ਚੁੰਬਕ ਦੇ ਦੋ ਪੋਲ ਹਨ, ਨਾਰਥ ਐਂਡ ਸਾਊਥ। ਠੀਕ ਹੈ, ਇਸੇ ਤਰ੍ਹਾਂ ਜਿਹੜੀ ਚੁੰਬਕੀ ਸੂਈ ਹੈ ਉਹ ਸਾਨੂੰ ਦਿਖਾਉਂਦੀ ਹੈ ਕਿ ਕਿਸ ਡਾਇਰੈਕਸ਼ਨ ਵਿੱਚ ਜਿਹੜੀਆਂ ਚੁੰਬਕੀ ਧਾਰਾਵਾਂ ਹਨ, ਮੀਨਸ ਨਾਰਥ ਅਤੇ ਸਾਊਥ ਵੱਲ ਹੀ ਹਮੇਸ਼ਾ ਪੁਆਇੰਟ ਆਊਟ ਕਰਦੀ ਹੈ। ਜਿਹੜੇ ਜਹਾਜ਼ ਹਨ, ਸ਼ਿਪ ਹਨ, ਸਮੁੰਦਰ ਵਿੱਚ ਚੱਲਦੇ ਹਨ, ਉਹ ਵੀ ਚੁੰਬਕੀ ਸੂਈ ਦੀ ਮਦਦ ਦੇ ਨਾਲ ਹੀ ਆਪਣੀ ਡਾਇਰੈਕਸ਼ਨ ਜਾਂ ਆਪਣੀ ਦਿਸ਼ਾ ਦਾ ਪਤਾ ਲਗਾਉਂਦੇ ਹਨ, ਕਿਉਂਕਿ ਇਹ ਹਮੇਸ਼ਾ ਚੁੰਬਕੀ ਰੇਖਾਵਾਂ ਕਿੱਧਰ ਨੂੰ ਜਾਂਦੀਆਂ ਹਨ, ਨਾਰਥ ਟੂ ਸਾਊਥ। ਜੇਕਰ ਅਸੀਂ ਚੁੰਬਕੀ ਸੂਈ ਦੇ ਨਾਲ ਦੇਖੀਏ ਤਾਂ ਹਮੇਸ਼ਾ ਸਾਨੂੰ ਕਿੱਧਰ ਨੂੰ ਦਿਖਾਈ ਦਿੰਦੀਆਂ ਹਨ, ਚੁੰਬਕੀ ਰੇਖਾਵਾਂ ਨਾਰਥ ਟੂ ਸਾਊਥ ਵੱਲ ਹੀ ਜਾਂਦੀਆਂ ਹਨ। ਇਹ ਜਿਹੜਾ ਚੁੰਬਕੀ ਖੇਤਰ ਹੈ ਤੁਹਾਨੂੰ ਦਿਖਾਈ ਦੇ ਰਿਹਾ ਹੈ। ਬੇਟਾ ਜੇਕਰ ਇਸ ਤਰ੍ਹਾਂ ਅਸੀਂ ਤਾਰ ਦੇ ਨੇੜੇ ਜਿਸ ਤਾਰ ਵਿੱਚੋਂ ਕਰੰਟ ਜਾ ਰਿਹਾ ਹੈ ਜਾਂ ਇਲੈਕਟ੍ਰੋਨ ਪ੍ਰਵਾਹ ਹੋ ਰਹੇ ਹਨ, ਬਿਜਲੀ ਧਾਰਾ ਲੰਘ ਰਹੀ ਹੈ, ਉਸ ਦੇ ਨੇੜੇ ਚੁੰਬਕੀ ਸੂਈ ਲਿਆਉਂਦੇ ਹਾਂ ਤਾਂ ਡਿਫਲੈਕਸ਼ਨ ਕਿਉਂ ਸ਼ੋਅ ਕਰਦੀ ਹੈ? ਕਿਉਂਕਿ ਮੈਗਨੈਟਿਕ ਫੀਲਡ ਇਸਨੇ ਪੈਦਾ ਕੀਤਾ ਹੈ। ਇਹ ਥੋੜ੍ਹੀ ਦੇਰ ਲਈ ਇੱਕ ਟੈਂਪਰੇਰੀ ਮੈਗਨੇਟ ਬਣ ਜਾਂਦਾ ਹੈ। ਜਿਹੜੀ ਤਾਰ ਹੈ ਜਿਸ ਵਿੱਚੋਂ ਇਲੈਕਟ੍ਰੋਨ ਨਿਕਲ ਰਹੇ ਹਨ, ਜਿਹਦੇ ਵਿੱਚੋਂ ਕਰੰਟ ਲੰਘ ਰਿਹਾ ਹੈ, ਉਹ ਕੀ ਕਰਦੀ ਹੈ, ਮੈਗਨੈਟਿਕ ਫੀਲਡ ਜਾਂ ਚੁੰਬਕੀ ਖੇਤਰ ਪੈਦਾ ਕਰਦੀ ਹੈ। ਉਸ ਦੇ ਆਸ-ਪਾਸ ਕੀ ਹੋ ਜਾਂਦਾ ਹੈ, ਇੱਕ ਟੈਂਪਰੇਰੀ ਮੈਗਨੇਟਿਜ਼ਮ ਜਾਂ ਮੈਗਨੈਟਿਕ ਫੀਲਡ ਪੈਦਾ ਹੋ ਜਾਂਦਾ ਹੈ। ਇਸ ਦੇ ਆਸ-ਪਾਸ ਚੁੰਬਕੀ ਖੇਤਰ ਪੈਦਾ ਹੋ ਜਾਂਦਾ ਹੈ। ਬੇਟਾ ਯਾਦ ਰੱਖਣਾ ਹੈ ਕਿ ਜਦੋਂ ਕਿਸੇ ਤਾਰ ਵਿੱਚੋਂ ਕਰੰਟ ਨਿਕਲਦਾ ਹੈ, ਬਿਜਲੀ ਪਾਸ ਹੁੰਦੀ ਹੈ, ਤਾਂ ਕੀ ਪੈਦਾ ਹੁੰਦਾ ਹੈ, ਚੁੰਬਕੀ ਖੇਤਰ ਜਾਂ ਮੈਗਨੈਟਿਕ ਫੀਲਡ। ਕੰਪਸ ਜਾਂ ਚੁੰਬਕੀ ਸੂਈ ਇੱਕ ਛੋਟਾ ਚੁੰਬਕ ਹੁੰਦੀ ਹੈ ਜਿਹੜੀ ਹਮੇਸ਼ਾ ਉੱਤਰ ਦੱਖਣ ਦਿਸ਼ਾ ਵੱਲ ਸੰਕੇਤ ਕਰਦੀ ਹੈ। ਜਦੋਂ ਅਸੀਂ ਕੋਈ ਚੁੰਬਕ ਇਸ ਦੇ ਨੇੜੇ ਲਿਆਉਂਦੇ ਹਾਂ ਤਾਂ ਸੂਈ ਵਿਖੇਪਤ ਹੋ ਜਾਂਦੀ ਹੈ। ਸਾਨੂੰ ਇਹ ਵੀ ਪਤਾ ਹੈ ਕਿ ਜਦੋਂ ਚੁੰਬਕੀ ਸੂਈ ਦੇ ਨੇੜੇ ਰੱਖੀ ਤਾਰ ਵਿੱਚੋਂ ਬਿਜਲੀ ਧਾਰਾ ਲੰਘਦੀ ਹੈ ਤਾਂ ਵੀ ਸੂਈ ਵਿਖੇਪਤ ਹੁੰਦੀ ਹੈ, ਡਿਫਲੈਕਸ਼ਨ ਸ਼ੋਅ ਕਰਦੀ ਹੈ। ਬੇਟਾ ਇਸ ਦਾ ਕੀ ਸੰਬੰਧ ਹੈ? ਇਸ ਦਾ ਮਤਲਬ ਇਹ ਹੈ ਕਿ ਜੇ ਅਸੀਂ ਬਿਜਲੀ ਧਾਰਾ ਵਿੱਚੋਂ ਬਿਜਲੀ ਲੰਘਾਉਂਦੇ ਹਾਂ ਤਾਂ ਉਹ ਤਾਰ ਵੀ ਚੁੰਬਕ ਵਾਂਗ ਕੰਮ ਕਰਦੀ ਹੈ। ਇਹ ਸਾਨੂੰ ਕਿਸ ਨੇ ਦੱਸਿਆ ਸੀ? ਸਰ ਹੈਂਸ ਕ੍ਰਿਸਚੀਅਨ ਔਸਟਰ ਨੇ, ਜਿਹੜੇ ਇੱਕ ਸਾਇੰਟਿਸਟ ਸਨ। ਉਹਨਾਂ ਨੇ ਕੀ ਦੱਸਿਆ ਸੀ ਕਿ ਜਦੋਂ ਅਸੀਂ ਤਾਰ ਵਿੱਚੋਂ ਬਿਜਲੀ ਧਾਰਾ ਲੰਘਾਉਂਦੇ ਹਾਂ, ਕਰੰਟ ਲੰਘਾਉਂਦੇ ਹਾਂ, ਤਾਂ ਉਹ ਜਿਹੜੀ ਤਾਰ ਹੈ ਉਹ ਵੀ ਇੱਕ ਚੁੰਬਕ ਵਾਂਗ ਕੰਮ ਕਰਦੀ ਹੈ ਅਤੇ ਆਪਣੇ ਆਸ-ਪਾਸ ਚੁੰਬਕੀ ਖੇਤਰ ਜਾਂ ਮੈਗਨੈਟਿਕ ਫੀਲਡ ਪੈਦਾ ਕਰਦੀ ਹੈ। ਬੇਟਾ ਕਰੰਟ ਜਾਂ ਬਿਜਲੀ ਤਾਰਾਂ ਦੇ ਕਿਹੜੇ-ਕਿਹੜੇ ਪ੍ਰਭਾਵ ਹੋ ਸਕਦੇ ਹਨ, ਕਿਹੜੇ-ਕਿਹੜੇ ਇਫੈਕਟਸ ਹੋ ਸਕਦੇ ਹਨ, ਅਸੀਂ ਅੱਜ ਉਸ ਬਾਰੇ ਹੀ ਜਾਣਕਾਰੀ ਪ੍ਰਾਪਤ ਕਰਨੀ ਹੈ। ਬੇਟਾ ਜਿਹੜਾ ਕਰੰਟ ਹੈ ਜਾਂ ਬਿਜਲੀ ਧਾਰਾ ਹੈ, ਇਸ ਦੇ ਦੋ ਮੁੱਖ ਪ੍ਰਭਾਵ ਹੁੰਦੇ ਹਨ, ਤਾਪਨ ਪ੍ਰਭਾਵ ਅਤੇ ਚੁੰਬਕੀ ਪ੍ਰਭਾਵ। ਤਾਪਨ ਪ੍ਰਭਾਵ ਮੀਨਸ ਹੀਟਿੰਗ ਇਫੈਕਟ ਆਫ ਇਲੈਕਟ੍ਰੀਸਿਟੀ ਅਤੇ ਚੁੰਬਕੀ ਪ੍ਰਭਾਵ ਮੀਨਸ ਮੈਗਨੈਟਿਕ ਇਫੈਕਟ ਆਫ ਇਲੈਕਟ੍ਰੀਸਿਟੀ। ਬੇਟਾ ਇਹਨਾਂ ਦੋਨਾਂ ਬਾਰੇ ਹੀ ਅਸੀਂ ਜਾਣਨਾ ਹੈ ਕਿ ਤਾਪਨ ਪ੍ਰਭਾਵ ਕੀ ਹੈ ਅਤੇ ਚੁੰਬਕੀ ਪ੍ਰਭਾਵ। ਤਾਪਨ ਪ੍ਰਭਾਵ ਹੈ ਵੈਨ ਕਰੰਟ ਪਾਸਿਸ ਥਰੂ ਅ ਵਾਇਰ ਇਟ ਗੈਟਸ ਹੀਟਡ ਅਪ, ਕਿ ਜਦੋਂ ਕਿਸੇ ਤਾਰ ਵਿੱਚੋਂ ਕਰੰਟ ਜਾਂ ਬਿਜਲੀ ਧਾਰਾ ਲੰਘਦੀ ਹੈ ਤਾਂ ਇਹ ਗਰਮ ਹੋ ਜਾਂਦੀ ਹੈ। ਬੇਟਾ ਜਿਵੇਂ ਤੁਸੀਂ ਘਰਾਂ ਵਿੱਚ ਹੀਟਰ, ਗੀਜ਼ਰ, ਪ੍ਰੈਸ, ਟੋਸਟ ਮੇਕਰ ਆਦਿ ਬਿਜਲੀ ਦੇ ਉਪਕਰਨ ਦੇਖੇ ਹੋਣਗੇ, ਜਦੋਂ ਤੁਸੀਂ ਇਹਨਾਂ ਨੂੰ ਔਨ ਕਰਦੇ ਹੋ, ਇਹਨਾਂ ਨੂੰ ਚਲਾਉਂਦੇ ਹੋ ਤਾਂ ਇਹ ਗਰਮ ਹੋ ਜਾਂਦੇ ਹਨ। ਇਹ ਗਰਮ ਕਿਉਂ ਹੋ ਜਾਂਦੇ ਹਨ? ਹੀਟਿੰਗ ਇਫੈਕਟ ਆਫ ਇਲੈਕਟ੍ਰੀਸਿਟੀ ਦੇ ਨਾਲ, ਕਿ ਜਦੋਂ ਬਿਜਲੀ ਜਾਂ ਕਰੰਟ ਤਾਰ ਵਿੱਚੋਂ ਲੰਘਦਾ ਹੈ ਤਾਂ ਉਹ ਇਸ ਨੂੰ ਗਰਮ ਕਰ ਦਿੰਦਾ ਹੈ। ਇਸੇ ਤਰ੍ਹਾਂ ਅਸੀਂ ਇਸ ਦਾ ਕਰੰਟ ਦਾ ਹੀਟਿੰਗ ਇਫੈਕਟ ਦੇਖ ਲਿਆ ਹੈ। ਬੇਟਾ ਤਾਪਨ ਪ੍ਰਭਾਵ ਤੋਂ ਅੱਗੇ ਹੈ ਚੁੰਬਕੀ ਪ੍ਰਭਾਵ ਜਾਂ ਮੈਗਨੈਟਿਕ ਇਫੈਕਟ ਆਫ ਇਲੈਕਟ੍ਰੀਸਿਟੀ। ਇਹ ਕੀ ਹੈ? ਚੁੰਬਕ ਵਰਗਾ ਪ੍ਰਭਾਵ, ਚੁੰਬਕ ਵਰਗਾ ਇਫੈਕਟ, ਕਿ ਜਦੋਂ ਕਿਸੇ ਵੀ ਜਿਹੜੀ ਤਾਰ ਹੈ, ਜਦੋਂ ਉਸ ਵਿੱਚੋਂ ਅਸੀਂ ਬਿਜਲੀ ਧਾਰਾ ਲੰਘਾਉਂਦੇ ਹਾਂ ਤਾਂ ਇਹ ਚੁੰਬਕ ਦੀ ਤਰ੍ਹਾਂ ਵਿਵਹਾਰ ਕਰਦੀ ਹੈ। ਜਦੋਂ ਕਿਸੇ ਤਾਰ ਵਿੱਚੋਂ ਬਿਜਲੀ ਧਾਰਾ ਲੰਘਦੀ ਹੈ ਤਾਂ ਇਹ ਤਾਰ ਚੁੰਬਕ ਦੀ ਤਰ੍ਹਾਂ ਵਿਵਹਾਰ ਕਰਦੀ ਹੈ। ਇਸ ਨੂੰ ਬਿਜਲੀ ਧਾਰਾ ਦਾ ਚੁੰਬਕੀ ਪ੍ਰਭਾਵ ਕਹਿੰਦੇ ਹਨ। ਬਿਜਲੀ ਧਾਰਾ ਦੀ ਵਰਤੋਂ ਚੁੰਬਕਾਂ ਦੇ ਨਿਰਮਾਣ ਵਿੱਚ ਕੀਤੀ ਜਾਂਦੀ ਹੈ।
ਜਦੋਂ ਕਿਸੇ ਤਾਰ ਵਿੱਚੋਂ ਬਿਜਲੀ ਧਾਰਾ ਦਾ ਪ੍ਰਭਾਵ ਖਤਮ ਹੋ ਜਾਂਦਾ ਹੈ ਤਾਂ ਇਸ ਦਾ ਚੁੰਬਕੀਪਨ ਵੀ ਖਤਮ ਹੋ ਜਾਂਦਾ ਹੈ। ਬੇਟਾ ਤੁਹਾਡੀ ਕਿਤਾਬ ਵਿੱਚ ਇਹ ਡਾਇਗਰਾਮ ਦਿੱਤੀ ਹੈ, ਸਰਕਟ ਦੀ ਡਾਇਗਰਾਮ ਦਿੱਤੀ ਹੈ। ਇਸ ਦੇ ਬਾਰੇ ਵਿੱਚ ਆਓ ਜਾਣਦੇ ਹਾਂ ਕਿ ਅਸੀਂ ਕਿਸ ਤਰ੍ਹਾਂ ਚੁੰਬਕੀ ਪ੍ਰਭਾਵ ਨੂੰ ਦੇਖਦੇ। ਬੇਟਾ ਸਕਰੀਨ 'ਤੇ ਦਿਖਾਏ ਸਰਕਟ ਨੂੰ ਬਣਾਉਣ ਵਾਸਤੇ ਤੁਸੀਂ ਕੁਝ ਸਮਾਨ ਲੈਣਾ ਹੈ। ਤੁਸੀਂ ਕੀ ਕਰਨਾ ਹੈ, ਵਰਤੀ ਹੋਈ ਮਾਚਿਸ ਦੀ ਡੱਬੀ ਲੈਣੀ ਹੈ, ਗੱਤੇ ਦੀ ਡੱਬੀ ਹੈ, ਠੀਕ ਹੈ, ਗੱਤੇ ਦੀ ਟਰੇ ਜਿਸ ਵਿੱਚ ਅਸੀਂ ਮਾਚਿਸ ਦੀਆਂ ਤੀਲੀਆਂ ਯੂਜ਼ ਕਰ ਚੁੱਕੇ ਹਾਂ ਉਹ ਲੈਣੀ ਹੈ। ਅਤੇ ਇਸ ਦੇ ਦੋਹਾਂ ਪਾਸਿਆਂ 'ਤੇ ਬਿਜਲੀ ਦੀ ਤਾਰ ਦੇ ਕੁਝ ਫੇਰੇ ਲਪੇਟਣੇ ਹਨ, ਉਸ ਦੇ ਉੱਪਰ ਆਪਾਂ ਲਪੇਟ ਦੇਣਾ ਹੈ ਤਾਰ ਨੂੰ, ਠੀਕ ਹੈ। ਜਿਹੜੀ ਇਹ ਮਾਚਿਸ ਦੀ ਡੱਬੀ ਦੀ ਖਾਲੀ ਟਰੇ ਹੈ, ਇਸ ਵਿੱਚ ਇੱਕ ਅਸੀਂ ਕੰਪਸ ਰੱਖਣੀ ਹੈ ਜਾਂ ਛੋਟੀ ਜਿਹੀ ਚੁੰਬਕੀ ਸੂਈ ਰੱਖਣੀ ਹੈ। ਹੁਣ ਜਿਹੜੇ ਇਸ ਤਾਰ ਦੇ ਸੁਤੰਤਰ ਜਾਂ ਫ੍ਰੀ ਸਿਰੇ ਹਨ, ਉਸ ਨੂੰ ਡਾਇਗਰਾਮ ਵਿੱਚ ਦਰਸਾਏ ਅਨੁਸਾਰ ਸੈੱਲ ਦੇ ਸਿਰਿਆਂ ਦੇ ਨਾਲ ਜੋੜਨਾ ਹੈ ਅਤੇ ਸਵਿੱਚ ਨੂੰ ਔਨ ਕਰਨਾ ਹੈ, ਠੀਕ ਹੈ। ਬੇਟਾ ਹੁਣ ਜਿਸ ਦਿਸ਼ਾ ਦੇ ਵੱਲ ਚੁੰਬਕੀ ਸੂਈ ਸੰਕੇਤ ਕਰ ਰਹੀ ਹੈ ਉਸ ਨੂੰ ਨੋਟ ਕਰੋ। ਚੁੰਬਕੀ ਸੂਈ ਦੇ ਨੇੜੇ ਇੱਕ ਛੜ ਚੁੰਬਕ ਲਿਆਓ, ਬਾਰ ਮੈਗਨੇਟ ਲੈ ਕੇ ਆਓ, ਵੇਖੋ, ਨੋਟ ਕਰੋ ਕੀ ਹੁੰਦਾ ਹੈ। ਹੁਣ ਚੁੰਬਕ ਨੂੰ ਹਟਾ ਕੇ ਚੁੰਬਕੀ ਸੂਈ ਨੂੰ ਧਿਆਨ ਨਾਲ ਵੇਖਦੇ ਹੋਏ ਸਵਿੱਚ ਨੂੰ ਔਨ ਦੀ ਸਥਿਤੀ 'ਤੇ ਲਿਆਓ, ਸਵਿੱਚ ਨੂੰ ਔਨ ਕਰੋ। ਤੁਸੀਂ ਕੀ ਨੋਟ ਕਰਦੇ ਹੋ, ਕੀ ਦੇਖਦੇ ਹੋ? ਤੁਸੀਂ ਦੇਖੋਗੇ ਕਿ ਸਵਿੱਚ ਨੂੰ ਵਾਪਸ ਆਫ ਦੀ ਸਥਿਤੀ 'ਤੇ ਲੈ ਜਾਓ। ਫਿਰ ਦੇਖੋ ਤੁਸੀਂ ਕੀ ਨੋਟ ਕਰਦੇ ਹੋ ਕਿ ਚੁੰਬਕੀ ਸੂਈ ਵਾਪਸ ਆਪਣੀ ਪਹਿਲੀ ਸਥਿਤੀ 'ਤੇ ਆ ਜਾਂਦੀ ਹੈ, ਕਿ ਜਿਹੜੀ ਚੁੰਬਕੀ ਸੂਈ ਹੈ, ਕੰਪਸ ਹੈ, ਉਸ ਵਿੱਚ ਡਿਫਲੈਕਸ਼ਨ ਹੁੰਦੀ ਹੈ। ਇਹ ਦੇਖਣਾ ਹੈ ਬੇਟਾ। ਇਸ ਕਿਰਿਆ ਨੂੰ ਵਾਰ-ਵਾਰ ਰਿਪੀਟ ਕਰਨਾ ਹੈ, ਦੁਹਰਾਉਣਾ ਹੈ, ਅਤੇ ਤੁਸੀਂ ਹਰੇਕ ਵਾਰ ਦੇਖੋਗੇ ਕਿ ਜਦੋਂ ਤੁਸੀਂ ਸਵਿੱਚ ਔਨ ਕਰਦੇ ਹੋ ਤਾਂ ਜਿਹੜੀ ਚੁੰਬਕੀ ਸੂਈ ਹੈ, ਜਿਹੜੀ ਕੰਪਸ ਹੈ, ਉਹ ਕੀ ਕਰਦੀ ਹੈ, ਉਹ ਡਿਫਲੈਕਟ ਹੁੰਦੀ ਹੈ, ਉਹ ਵਿਖੇਪਿਤ ਹੁੰਦੀ ਹੈ। ਬੇਟਾ ਇਹ ਕਿਉਂ ਹੁੰਦਾ ਹੈ? ਕਿਉਂਕਿ ਅਸੀਂ ਜਾਣਦੇ ਹਾਂ ਕਿ ਜਿਹੜੀ ਚੁੰਬਕੀ ਸੂਈ ਜਾਂ ਕੰਪਸ ਹੈ ਉਹ ਵੀ ਇੱਕ ਛੋਟਾ ਜਿਹਾ ਚੁੰਬਕ ਹੀ ਹੈ, ਜਿਹੜਾ ਉੱਤਰ ਦਿਸ਼ਾ ਵੱਲ ਅਤੇ ਦੱਖਣ ਦਿਸ਼ਾ ਵੱਲ ਸੰਕੇਤ ਕਰਦਾ ਹੈ। ਜਦੋਂ ਅਸੀਂ ਕੋਈ ਚੁੰਬਕ ਇਸ ਦੇ ਨੇੜੇ ਲਿਆਉਂਦੇ ਹਾਂ ਤਾਂ ਇਹ ਸੂਈ ਵਿਖੇਪਿਤ ਹੋ ਜਾਂਦੀ ਹੈ, ਡਿਫਲੈਕਸ਼ਨ ਹੋ ਜਾਂਦੀ ਹੈ। ਕਿਉਂ ਹੁੰਦੀ ਹੈ? ਕਿਉਂਕਿ ਬੇਟਾ ਜਿਹੜੀ ਬਿਜਲੀ ਦੀ ਤਾਰ ਹੈ, ਜਦੋਂ ਅਸੀਂ ਉਸ 'ਚੋਂ ਕਰੰਟ ਲਗਾਉਂਦੇ ਹਾਂ, ਸਵਿੱਚ ਔਨ ਕਰਦੇ ਹਾਂ, ਤਾਂ ਇਹ ਚੁੰਬਕੀ ਖੇਤਰ ਜਾਂ ਮੈਗਨੈਟਿਕ ਫੀਲਡ ਪੈਦਾ ਕਰਦੀ ਹੈ। ਬੇਟਾ ਅਸੀਂ ਬਹੁਤ ਹੀ ਸ਼ਕਤੀਸ਼ਾਲੀ ਜਾਂ ਪਾਵਰਫੁਲ ਬਿਜਲੀ ਚੁੰਬਕ ਬਣਾ ਸਕਦੇ ਹਾਂ। ਬਿਜਲੀ ਚੁੰਬਕਾਂ ਨੂੰ ਜਿਹੋ ਜਿਹਾ ਕੰਮ ਅਸੀਂ ਕਰਵਾਉਣਾ ਚਾਹੁੰਦੇ ਹਾਂ, ਉਸੇ ਤਰੀਕੇ ਦੇ ਨਾਲ ਅਸੀਂ ਉਹਨਾਂ ਨੂੰ ਸ਼ਕਤੀਸ਼ਾਲੀ ਬਣਾਇਆ ਜਾ ਸਕਦਾ ਹੈ। ਬੇਟਾ ਅਜਿਹੇ ਸਾਡੇ ਕੋਲ ਬਿਜਲੀ ਚੁੰਬਕ ਵੀ ਹਨ ਜੋ ਬਹੁਤ ਭਾਰੀ ਬੋਝ ਵੀ ਚੁੱਕ ਸਕਦੇ ਹਨ। ਇਸ ਭਾਰੀ ਬੋਝ ਨੂੰ ਆਸਾਨੀ ਨਾਲ ਇੱਕ ਸਥਾਨ ਤੋਂ ਦੂਜੇ ਸਥਾਨ ਤੱਕ ਪਹੁੰਚਾ ਸਕਦੇ ਹਨ। ਉਦਾਹਰਣ ਵਜੋਂ ਕ੍ਰੇਨ, ਤੁਸੀਂ ਕ੍ਰੇਨ ਦੇਖੀ ਹੋਵੇਗੀ। ਕ੍ਰੇਨ ਕੀ ਕਰਦੀ ਹੈ ਕਿ ਬਹੁਤ ਸਾਰੇ ਭਾਰੀ ਸਮਾਨ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਉਠਾ ਕੇ ਲੈ ਜਾਂਦੀ ਹੈ, ਆਸਾਨੀ ਨਾਲ ਲੈ ਜਾਂਦੀ ਹੈ, ਕਿਉਂਕਿ ਇਸ ਵਿੱਚ ਇੱਕ ਕਿਨਾਰੇ 'ਤੇ ਬਹੁਤ ਹੀ ਸ਼ਕਤੀਸ਼ਾਲੀ ਚੁੰਬਕ ਲੱਗਾ ਹੁੰਦਾ ਹੈ। ਬੇਟਾ ਬਿਜਲੀ ਚੁੰਬਕ ਦੀ ਵਰਤੋਂ ਕਬਾੜ ਵਿੱਚੋਂ ਚੁੰਬਕੀ ਪਦਾਰਥਾਂ ਨੂੰ ਵੱਖ ਕਰਨ ਲਈ ਵੀ ਕੀਤੀ ਜਾਂਦੀ ਹੈ। ਜਿਵੇਂ ਲੋਹਾ ਵਗੈਰਾ ਜੇਕਰ ਕਬਾੜ ਦੇ ਵਿੱਚ ਹੈ ਤਾਂ ਉਸ ਨੂੰ ਹੱਥਾਂ ਨਾਲ ਚੁਗਣ ਦੀ ਬਜਾਏ ਅਸੀਂ ਬਿਜਲੀ ਚੁੰਬਕ ਦੀ ਵਰਤੋਂ ਨਾਲ ਵੱਖ ਕਰ ਸਕਦੇ ਹਾਂ। ਬੇਟਾ ਇਸੇ ਤਰ੍ਹਾਂ ਦੁਰਘਟਨਾਵਾਂ ਦੌਰਾਨ ਅੱਖ ਵਿੱਚ ਪਏ ਚੁੰਬਕੀ ਪਦਾਰਥਾਂ ਦੇ ਛੋਟੇ-ਛੋਟੇ ਟੁਕੜੇ ਬਾਹਰ ਕੱਢਣ ਲਈ ਵੀ ਡਾਕਟਰ ਛੋਟੇ-ਛੋਟੇ ਬਿਜਲੀ ਚੁੰਬਕਾਂ ਦੀ ਵਰਤੋਂ ਕਰਦੇ ਹਨ। ਬੇਟਾ ਬੱਚਿਆਂ ਦੇ ਕਈ ਖਿਡੌਣੇ ਵੀ ਹੁੰਦੇ ਹਨ, ਕਈ ਸਾਰੇ ਟੋਇਜ਼ ਹਨ ਜਿਨ੍ਹਾਂ ਵਿੱਚ ਬਿਜਲੀ ਚੁੰਬਕ ਲੱਗੇ ਹੁੰਦੇ ਹਨ। ਇਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਬਿਜਲੀ ਚੁੰਬਕ ਦੀ ਸਾਡੇ ਰੋਜ਼ਾਨਾ ਜੀਵਨ ਵਿੱਚ ਵੀ ਬਹੁਤ ਜ਼ਿਆਦਾ ਇੰਪੋਰਟੈਂਸ ਹੈ। ਬੇਟਾ ਕੀ ਤੁਹਾਨੂੰ ਇਹ ਸਾਰਾ ਕੁਝ ਹੈਰਾਨੀਜਨਕ ਨਹੀਂ ਲੱਗਦਾ ਕਿ ਅਸੀਂ ਕਿਵੇਂ ਬਿਜਲੀ ਤੋਂ ਚੁੰਬਕ ਬਣਾ ਸਕਦੇ ਹਾਂ ਜਾਂ ਕਿਵੇਂ ਅਸੀਂ ਚੁੰਬਕਾਂ ਦਾ ਨਿਰਮਾਣ ਕਰ ਸਕਦੇ ਹਾਂ? ਬੇਟਾ ਤੁਹਾਡੀ ਕਿਤਾਬ ਵਿੱਚ ਇੱਕ ਕਿਰਿਆ ਦਿੱਤੀ ਗਈ ਹੈ, ਬਿਜਲਈ ਚੁੰਬਕ ਬਣਾਉਣਾ। ਬੇਟਾ ਇਸ ਨੂੰ ਕਰਨ ਵਾਸਤੇ ਤੁਸੀਂ ਕੀ ਕਰਨਾ ਹੈ, ਲਗਭਗ ਇੱਕ 6 ਤੋਂ 10 ਸੈਂਟੀਮੀਟਰ ਲੰਬੀ ਲੋਹੇ ਦੀ ਕਿੱਲ ਲੈਣੀ ਹੈ ਅਤੇ ਬਿਜਲੀ ਰੋਧੀ ਪਲਾਸਟਿਕ ਜਾਂ ਕੱਪੜੇ ਨਾਲ ਢੱਕਿਆ ਹੋਇਆ ਜਿਹੜਾ ਹੈ ਇੱਕ ਉਹ ਕੀ ਕਰਨੀ ਹੈ, ਇੱਕ ਤਾਰ ਵੀ ਲੈਣੀ ਹੈ। ਇਸ ਤਾਰ ਨੂੰ ਕੁੰਡਲੀ ਦੇ ਰੂਪ ਵਿੱਚ ਕਿੱਲ 'ਤੇ ਕੱਸ ਕੇ ਲਪੇਟਣਾ ਹੈ, ਟਾਈਟਲੀ ਲਪੇਟਣਾ ਹੈ, ਅਤੇ ਤਾਰ ਦੇ ਜਿਹੜੇ ਫਰੀ ਸਿਰੇ ਹਨ, ਸੁਤੰਤਰ ਸਿਰੇ ਹਨ, ਉਹਨਾਂ ਨੂੰ ਜਿਹੜਾ ਡਾਇਗਰਾਮ ਵਿੱਚ ਦਰਸਾਏ ਅਨੁਸਾਰ ਬਿਜਲੀ ਸੈੱਲ ਦੇ ਨਾਲ ਜੋੜ ਦੇਣਾ ਹੈ। ਹੁਣ ਕੀ ਕਰਨਾ ਹੈ ਕਿ ਇਹਦੇ ਵਿੱਚੋਂ ਕਰੰਟ ਫਲੋ ਕਰਨਾ ਸ਼ੁਰੂ ਹੋ ਜਾਵੇਗਾ। ਜਿਹੜੀ ਤਾਰ ਹੈ ਉਸ ਵਿੱਚੋਂ ਕੀ ਲੰਘ ਰਿਹਾ ਹੈ, ਕਰੰਟ, ਕਿਉਂਕਿ ਅਸੀਂ ਤਾਰ ਨੂੰ ਇੱਕ ਸੈੱਲ ਨਾਲ ਜਾਂ ਬੈਟਰੀ ਨਾਲ ਜੋੜ ਦਿੱਤਾ ਹੈ ਅਤੇ ਇਸ ਵਿੱਚੋਂ ਕਰੰਟ ਜਾਂ ਬਿਜਲੀ ਧਾਰਾ ਲੰਘਣੀ ਸ਼ੁਰੂ ਹੋ ਗਈ ਹੈ। ਅਤੇ ਇਸ ਵਿੱਚ ਇਸਨੇ ਕੀ ਕੀਤਾ ਹੈ, ਮੈਗਨੈਟਿਕ ਫੀਲਡ ਸ਼ੁਰੂ ਕਰ ਦਿੱਤਾ ਹੈ। ਮਤਲਬ ਜਿਹੜਾ ਕਿੱਲ ਹੈ, ਲੋਹੇ ਦੀ ਕਿੱਲ ਹੈ, ਉਸ ਨੂੰ ਇਸਨੇ ਇੱਕ ਮੈਗਨੇਟ ਬਣਾ ਦਿੱਤਾ ਹੈ, ਚੁੰਬਕ ਬਣਾ ਦਿੱਤਾ ਹੈ।
ਬੇਟਾ ਇਹ ਚੈੱਕ ਕਰਨਾ ਹੈ ਕਿ ਚੁੰਬਕ ਬਣ ਗਈ ਕਿ ਨਹੀਂ। ਅਸੀਂ ਕੀ ਕਰਾਂਗੇ, ਅਸੀਂ ਕੁਝ ਪਿੰਨ ਇਸ ਸਕੇਲ ਦੇ ਸਿਰੇ ਦੇ ਨੇੜੇ ਲਿਆਵਾਂਗੇ। ਬੇਟਾ ਹੁਣ ਜਦੋਂ ਸਵਿਚ ਔਨ ਕਰਦੇ ਹਾਂ ਤਾਂ ਦੇਖੋ, ਨੋਟ ਕਰੋ ਕੀ ਹੋਏਗਾ ਕਿ ਪਿੰਨ ਜਿਹੜੀਆਂ ਹਨ ਉਹ ਕਿੱਲ ਦੀ ਨੋਕ ਨਾਲ ਚਿਪਕ ਜਾਂਦੀਆਂ ਹਨ। ਜੇ ਅਸੀਂ ਸਵਿਚ ਆਫ ਕਰਦੇ ਹਾਂ ਤਾਂ ਇਹ ਜਿਹੜੇ ਕਿੱਲ ਹਨ ਇਹ ਫਿਰ ਦੁਬਾਰਾ ਤੋਂ ਡਿੱਗ ਜਾਂਦੇ ਹਨ। ਇਹ ਜਿਹੜੇ ਪਿੰਨ ਹਨ ਕਿੱਲ ਤੋਂ ਵੱਖ ਹੋ ਜਾਂਦੇ ਹਨ। ਇਸ ਤਰ੍ਹਾਂ ਅਸੀਂ ਇੱਕ ਚੁੰਬਕ ਬਣਾ ਸਕਦੇ ਹਾਂ। ਬੇਟਾ ਇਹ ਜਿਹੜਾ ਹੈ ਕਿੰਨੀ ਦੇਰ ਤੱਕ ਇਹ ਜਿਹੜਾ ਕਿੱਲ ਹੈ ਚੁੰਬਕ ਦੀ ਤਰ੍ਹਾਂ ਵਿਵਹਾਰ ਕਰੇਗਾ, ਜਿੰਨੀ ਦੇਰ ਅਸੀਂ ਬਿਜਲੀ ਲਗਾਵਾਂਗੇ। ਜਦੋਂ ਬਿਜਲੀ ਧਾਰਾ ਦਾ ਪ੍ਰਵਾਹ ਖਤਮ ਹੋ ਜਾਂਦਾ ਹੈ ਤਾਂ ਚੁੰਬਕੀ ਪ੍ਰਭਾਵ ਵੀ ਖਤਮ ਹੋ ਜਾਵੇਗਾ। ਇਸ ਨੂੰ ਅਸੀਂ ਕੀ ਕਹਿ ਸਕਦੇ ਹਾਂ, ਬਿਜਲੀ ਚੁੰਬਕ। ਬੇਟਾ ਅੱਜ ਅਸੀਂ ਬਿਜਲੀ ਘੰਟੀ ਜਾਂ ਇਲੈਕਟ੍ਰਿਕ ਬੈਲ ਦੇ ਬਾਰੇ ਵਿੱਚ ਜਾਣਾਂਗੇ। ਬੇਟਾ ਜਦੋਂ ਅਸੀਂ ਕਿਸੇ ਦੇ ਘਰ ਜਾਂਦੇ ਹਾਂ ਤਾਂ ਅਸੀਂ ਉਹਨਾਂ ਦੀ ਡੋਰ ਬੈਲ ਵਜਾਉਂਦੇ ਹਾਂ, ਅਰਥਾਤ ਅਸੀਂ ਉਹਨਾਂ ਦੀ ਬਿਜਲਈ ਘੰਟੀ ਜਿਹੜੀ ਹੈ ਉਸਨੂੰ ਪ੍ਰੈਸ ਕਰਦੇ ਹਾਂ ਤਾਂ ਕਿ ਅਗਲੇ ਨੂੰ ਪਤਾ ਲੱਗ ਸਕੇ ਕਿ ਕੋਈ ਦਰਵਾਜ਼ੇ 'ਤੇ ਖੜ੍ਹਾ ਹੈ ਅਤੇ ਉਹ ਸਾਡੇ ਲਈ ਦਰਵਾਜ਼ਾ ਖੋਲ੍ਹਣ। ਬੇਟਾ ਇਹ ਡੋਰਬੈਲ ਕਿਵੇਂ ਕੰਮ ਕਰਦੀ ਹੈ, ਅੱਜ ਅਸੀਂ ਇਸ ਦੇ ਬਾਰੇ ਵਿੱਚ ਹੀ ਜਾਣਾਂਗੇ। ਬੇਟਾ ਇਹ ਜਿਹੜਾ ਸਕਰੀਨ 'ਤੇ ਤੁਸੀਂ ਡਾਇਗਰਾਮ ਦੇਖ ਰਹੇ ਹੋ ਇਹ ਇਲੈਕਟ੍ਰਿਕ ਬੈਲ ਦਾ ਹੈ। ਇਹ ਤੁਹਾਡੀ ਬੁੱਕ ਵਿੱਚ ਦਿੱਤਾ ਹੋਇਆ ਹੈ। ਪੂਰਾ ਇਹ ਵਾਲਾ ਡਾਇਗਰਾਮ ਤੁਹਾਡੀ ਕਿਤਾਬ 'ਚ ਹੈ, ਤੁਸੀਂ ਦੇਖ ਸਕਦੇ ਹੋ। ਬੇਟਾ ਬਿਜਲਈ ਘੰਟੀ ਵਿੱਚ ਵੀ ਇੱਕ ਬਿਜਲਈ ਚੁੰਬਕ ਹੁੰਦਾ ਹੈ। ਬੇਟਾ ਡਾਇਗਰਾਮ ਵਿੱਚ ਤੁਹਾਨੂੰ ਇਲੈਕਟ੍ਰਿਕ ਬੈਲ ਦਾ ਇਲੈਕਟ੍ਰਿਕ ਸਰਕਟ ਦਰਸਾਇਆ ਗਿਆ ਹੈ। ਇਸ ਵਿੱਚ ਲੋਹੇ ਦੇ ਟੁਕੜੇ ਉੱਤੇ ਤਾਂਬੇ ਦੀ ਤਾਰ ਦੀ ਕੁੰਡਲੀ ਲਪੇਟੀ ਹੁੰਦੀ ਹੈ। ਬਿਜਲੀ ਚੁੰਬਕ ਦੇ ਨੇੜੇ ਲੋਹੇ ਦੀ ਇੱਕ ਪੱਤੀ ਲੱਗੀ ਹੁੰਦੀ ਹੈ ਜਿਸ ਦੇ ਇੱਕ ਸਿਰੇ 'ਤੇ ਹਥੌੜਾ ਜੁੜਿਆ ਹੁੰਦਾ ਹੈ। ਲੋਹੇ ਦੀ ਪੱਤੀ ਦੇ ਨੇੜੇ ਵਿੱਚ ਇੱਕ ਸੰਪਰਕ ਪੇਚ ਹੁੰਦਾ ਹੈ। ਜਦੋਂ ਲੋਹੇ ਦੀ ਪੱਤੀ ਇਸ ਪੇਚ ਦੇ ਸੰਪਰਕ ਵਿੱਚ ਆਉਂਦੀ ਹੈ ਤਾਂ ਬਿਜਲੀ ਸਰਕਟ ਪੂਰਾ ਹੋ ਜਾਂਦਾ ਹੈ ਅਤੇ ਕੁੰਡਲੀ ਵਿੱਚੋਂ ਬਿਜਲੀ ਧਾਰਾ ਲੰਘਦੀ ਹੈ, ਜਿਸ ਨਾਲ ਉਹ ਬਿਜਲੀ ਚੁੰਬਕ ਬਣ ਜਾਂਦਾ ਹੈ। ਉਦੋਂ ਇਹ ਲੋਹੇ ਦੀ ਪੱਤੀ ਨੂੰ ਆਪਣੇ ਵੱਲ ਖਿੱਚਦਾ ਹੈ। ਇਸ ਪ੍ਰਕਿਰਿਆ ਵਿੱਚ ਪੱਤੀ ਦੇ ਸਿਰੇ ਨਾਲ ਜੁੜਿਆ ਹਥੌੜਾ ਘੰਟੀ ਨਾਲ ਵੱਜਦਾ ਹੈ ਅਤੇ ਟਕਰਾਉਣ 'ਤੇ ਆਵਾਜ਼ ਪੈਦਾ ਕਰਦਾ ਹੈ। ਪਰ ਜਦੋਂ ਬਿਜਲੀ ਚੁੰਬਕ ਲੋਹੇ ਦੀ ਪੱਤੀ ਨੂੰ ਆਪਣੇ ਵੱਲ ਖਿੱਚਦਾ ਹੈ ਤਾਂ ਇਹ ਸਰਕਟ ਨੂੰ ਵੀ ਤੋੜ ਦਿੰਦਾ ਹੈ। ਇਸ ਨਾਲ ਕੁੰਡਲੀ ਵਿੱਚੋਂ ਬਿਜਲੀ ਧਾਰਾ ਦਾ ਵਹਾਅ ਬੰਦ ਹੋ ਜਾਂਦਾ ਹੈ। ਕੀ ਹੁਣ ਵੀ ਇਹ ਕੁੰਡਲੀ ਬਿਜਲੀ ਚੁੰਬਕ ਹੀ ਬਣੀ ਰਹਿੰਦੀ ਹੈ? ਨਹੀਂ ਬੇਟਾ, ਇਹ ਓਨੀ ਦੇਰ ਹੀ ਕੰਮ ਕਰਦੀ ਹੈ ਜਿੰਨੀ ਦੇਰ ਤੱਕ ਬਿਜਲੀ ਦਾ ਪ੍ਰਵਾਹ ਹੁੰਦਾ ਹੈ, ਜਿੰਨੀ ਦੇਰ ਬਿਜਲੀ ਜਿਹੜੀ ਹੈ ਉਹ ਪ੍ਰਵਾਹਿਤ ਹੁੰਦੀ ਹੈ। ਇਸ ਲਈ ਇਹ ਕੁੰਡਲੀ ਹੁਣ ਬਿਜਲਈ ਚੁੰਬਕ ਨਹੀਂ ਰਹਿੰਦੀ। ਇਹ ਹੁਣ ਲੋਹੇ ਦੀ ਪੱਤੀ ਨੂੰ ਵੀ ਆਪਣੇ ਵੱਲ ਨਹੀਂ ਖਿੱਚ ਸਕਦੀ। ਲੋਹੇ ਦੀ ਪੱਤੀ ਫਿਰ ਆਪਣੀ ਮੁੜ ਮੂਲ ਸਥਿਤੀ ਆ ਕੇ ਦੁਬਾਰਾ ਸੰਪਰਕ ਪੇਚ ਨੂੰ ਛੂਹਦੀ ਹੈ। ਇਸ ਨਾਲ ਸਰਕਟ ਫਿਰ ਪੂਰਾ ਹੋ ਜਾਂਦਾ ਹੈ। ਕੁੰਡਲੀ ਵਿੱਚ ਦੁਬਾਰਾ ਬਿਜਲੀ ਧਾਰਾ ਵਹਿੰਦੀ ਹੈ ਅਤੇ ਹਥੌੜਾ ਦੁਬਾਰਾ ਘੰਟੀ ਨਾਲ ਟਕਰਾਉਂਦਾ ਹੈ। ਇਹ ਪ੍ਰਕਿਰਿਆ ਬੜੀ ਤੇਜ਼ੀ ਨਾਲ ਦੁਹਰਾਈ ਜਾਂਦੀ ਹੈ। ਹਰ ਵਾਰ ਸਰਕਟ ਪੂਰਾ ਹੋਣ 'ਤੇ ਹਥੌੜਾ ਘੰਟੀ ਨਾਲ ਟਕਰਾਉਂਦਾ ਹੈ ਅਤੇ ਘੰਟੀ ਜਿਹੜੀ ਹੈ ਉਹ ਵੱਜਣ ਲੱਗ ਜਾਂਦੀ ਹੈ, ਜਿਸ ਨੂੰ ਅਸੀਂ ਇਲੈਕਟ੍ਰਿਕ ਬੈਲ ਕਹਿੰਦੇ ਹਾਂ, ਜਿਸ ਨੂੰ ਅਸੀਂ ਬਿਜਲਈ ਘੰਟੀ ਕਹਿੰਦੇ ਹਾਂ। ਬੇਟਾ ਮੈਨੂੰ ਪੂਰੀ ਉਮੀਦ ਹੈ, ਮੈਂ ਆਸ ਕਰਦੀ ਹਾਂ ਕਿ ਤੁਹਾਨੂੰ ਅੱਜ ਇਸ ਚੈਪਟਰ ਦੀ ਚੰਗੀ ਤਰ੍ਹਾਂ ਸਮਝ ਆ ਗਈ ਹੋਵੇਗੀ। ਤੁਸੀਂ ਹੁਣ ਚੰਗੀ ਤਰ੍ਹਾਂ ਪ੍ਰੈਕਟਿਸ ਕਰੋਗੇ। All the best. Stay blessed. Stay focused. Have a nice time. Thank you.